बरिया। नामो नाम साहिब को, नामो नाम साहिब को, नामो नाम साहिब को प्राण अधरिया बार ने बलहार ने लख बरिया बार ने बलहार ने लख बरिया। अंतर जामी प्रभु सुजान, नानक तकिया तू ही तान। अंतर जामी प्रभु सुजान, नानक तकिया तू ही तान। नानक तकिया तू ही तान। वार ने बलहार ने लख बरिया बार ने बलहार ने लख बरिया। नामो नाम साहिब को, नामो नाम साहिब को प्राण अधरिया बार ने बलहार ने लख बरिया। बार ने बलहार ने लख बरिया। बार ने बलहार ने लख बरिया। वारण लख बरिया। वारण बलहार लख बरिया। बलहार बलहार ने लख बरिया। लख बरिया लख बरिया। गुरु हर जुग जुग भगत उपाया, पैग रखदाया राम राजे हरनाखस दोस्त मार मारिया। प्रहलाद तराया हंकार आनंद का पिठ दे, नाम देव मुख लाया जन नानक ऐसा हर सेविया। अंत लय छड़ाया जन नानक ऐसा हर सेविया। सलोक महला पहला, आपे भांडे साजिन आपे पूर्ण दे। एक निदक समाइए एक चुले रहन चढ़े, एक निहाली पैस वन कुपा रहन खड़े।
तिना सवारे नानका जिनको नदर करे महला दूजा। आपे साजे करे आप जाई पे रखे आप तिस विच जंत उपाय कै देख थाप उथा किसनो कहिया नानका सब किछ आपे आप औड़े वड्डे क्या वड्याइयां किछ कहना कह न जाए सो करता कादर करी दे जिया रिजक संभाए सायकार कमावनी तुर छोड़ी तिन पाए नानक की बारी होर दूजी नाही जाए सो करे जित सैर जाहिर जाहिर जाए शुद्ध। वाहिगुरु जी का खालसा वाहिगुरु जी की फतेह फतेह वाहिगुरु जी का खालसा वाहिगुरु जी की फतेह वाहिगुरु जी की फतेह वाहिगुरु जी की फतेह। वाहिगुरु जी का खालसा वाहिगुरु जी की फतेह। पौड़ी वड्डियां वड्डियाइयां किस कहना जाए सो करता कादर करीम दे जियां रिजक संभाहे साई कार कमावनी तुर छोड़ी तिन पाए नानके की बाहरी होर दूजी नाही जाए सो करे जित सैर जाए सो करे जित सैर जाए। शुद्ध सुत सलोक पवन गुरु पानी पिता माता धरत मत दिवस रात दाई दाया खेल सगल जगत चंगियाइयां बुराइयां वाच धर्म अधूर करमी आपो अपनी के नेड़े के दूर। जिनी नाम ते आया गए मशक्कत काल नानक ते मुख उजले खेती छुट्टी गुरु पिर सत्संग जियो कीर्तन करते हैं जथे पासों बेअंत भुला होइयां आप गुरु संगत बख्शन जोग हो आस रखते हैं आप गलतियों नज़रअंदाज करते बख्शन की कृपालता करोगे। हुण आप दे सन्मुख सत्कारयोग ਗਿਆਨੀ ਜੀ ਆਪ ਜੀ ਨੂੰ ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਚਾਰ ਆਪ ਜੀ ਨੂੰ ਸਰਵਣ ਕਰਾਉਣਗੇ ਜੀ। ਸੋ ਜਿੰਨੇ ਵੀ ਸਤ ਸੰਗੀ ਸਤਿਗੁਰਾਂ ਦੇ ਪਾਵਨ ਦਰਬਾਰ ਹਾਜ਼ਰ ਭਰਦਿਆਂ ਗੁਰਬਾਣੀ ਗੁਰ ਸ਼ਬਦ ਨਾਲ ਜੁੜ ਬੈਠੇ ਹੋ ਪਿਆਰ ਸਹਿਤ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉ ਭਾਵੈ ਤਿਉ ਰਾਖ ਲੈ ਹਮ ਸਰਨ ਪ੍ਰਭ ਆਏ ਰਾਮ ਰਾਜੇ ਹਮ ਭੂਲ ਵਿਗਾੜਾ ਦਿਨ ਸਰਾਤ ਹਰ ਲਾਜ ਰਖਾਏ ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ ਮਤ ਸੁਮਤ ਤੇਰਾ ਵਸ ਸੁਆਮੀ
ਹਮ ਜੰਤ ਤੂ ਪੁਰਖ ਜੰਤੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ। ਜਿਉ ਭਾਵੈ ਤਿਵੈ ਬੁਲਾਈਨੀ। ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਦੂਜਾ। ਕਿਸਹੀ ਕੋਈ ਕੋਏ। ਮਾਨਿਆ ਨਿਮਾਣੀ ਇਕ ਤੂੰ। ਕਿਉ ਨਾ ਮਰੀਜੈ ਰੋਏ। ਜਾ ਲਗ ਚਿਤ ਨਾ ਆਵਹੀ। ਕਿਸਹੀ ਕੋਈ ਕੋਏ। ਮਾਨਿਓ ਨਿਮਾਣੀ ਇਕ ਤੂੰ। ਕਿਉ ਨਾ ਮਰੀਜੈ ਰੋਏ। ਜਾ ਲਗ ਚਿਤ ਨਾ ਆਵਹੀ। ਮਹੱਲਾ ਦੂਜਾ। ਜਾਂ ਸੁਖ ਤਾਂ ਸਹੁਰਾਵਿਓ। ਦੁਖ ਭੀ ਸੰਭਾਲਿਓ ਏ। ਨਾਨਕ ਕਹੈ ਸਿਆਣੀਏ। ਇਉ ਕੰਤ ਮਿਲਾਵਾ ਹੋਏ। ਜਾਂ ਸੁਖ ਤਾਂ ਸਹੁਰਾਵਿਓ। ਦੁਖ ਭੀ ਸੰਭਾਲਿਓ ਏ। ਨਾਨਕ ਕਹੈ ਸਿਆਣੀਏ। ਇਉ ਕੰਤ ਮਿਲਾਵਾ ਹੋਏ। ਸ਼ਲੋਕ ਮਹੱਲਾ ਦੂਜਾ। ਕਿਸਹੀ ਕੋਈ ਕੋਏ। ਮਾਨਿਓ ਨਿਮਾਣੀ ਇਕ ਤੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ। ਕੋਟ ਬ੍ਰਹਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸੁਭਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ 'ਚ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ। ਔਰ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਭਿੰਨਾ ਕੀਰਤਨ। ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਾ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਸਤਿਗੁਰੂ ਰਹਿਮਤ ਕਰਨ ਸਾਡਾ ਗਾਵਿਆ ਹੋਇਆ ਸੁਣਿਆ ਹੋਇਆ
ਮਨ ਦੇ ਅੰਦਰ ਘਰ ਕਰ ਜਾਵੇ, ਮਨ ਦੇ ਅੰਦਰ ਵਸ ਜਾਵੇ। ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ, ਉਹਦੀ ਬੰਦਗੀ ਨਾਲ, ਉਹਦੇ ਚਰਨਾਂ ਨਾਲ ਮਨ ਦੀ ਸੱਚੀ ਪ੍ਰੀਤ ਬਣ ਜਾਵੇ। ਇਹਨੂੰ ਭਗਤ ਰਵਿਦਾਸ ਸਾਹਿਬ ਜੀ ਫਰਮਾਨ ਕਰਦੇ ਨੇ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਸੱਚੀ ਪ੍ਰੀਤ ਜਿਹੜੀ ਮਨ ਦੀ ਹੈ ਸੱਚੇ ਪਾਤਸ਼ਾਹ, ਉਹ ਅਸਾਂ ਨੇ ਤੁਹਾਡੇ ਨਾਲ ਲਾਈ ਹੈ। ਬਾਕੀ ਤੇ ਇਹ ਹੁਕਮ ਆ, ਹੁਕਮ ਦੇ ਵਿੱਚ ਰਹਿ ਕੇ ਕਾਰ ਕਰ ਰਹੇ ਹਾਂ, ਡਿਊਟੀਆਂ ਨਿਭਾ ਰਹੇ ਹਾਂ। ਪਰ ਸੱਚੀ ਪ੍ਰੀਤ ਜਿਹੜੀ ਹੈ ਮਹਾਰਾਜ, ਇਹ ਮਾਇਆ ਨਾਲੋਂ ਵੀ ਤੋੜ ਦਿੱਤੀ ਹੈ। ਜੋ ਕੁਝ ਮਿਲਿਆ ਹੈ, ਜੋ ਕੁਝ ਤੁਸਾਂ ਬਖਸ਼ਿਆ ਹੈ, ਇਹਦੇ ਵਿੱਚੋਂ ਵੀ ਨਿਰਲੇਪ ਹੋ ਗਏ ਹਾਂ। ਤੁਹਾਡੇ ਨਾਲ ਜੋੜੀ ਹੈ, ਤੁਹਾਡੇ ਨਾਮ ਦੀ ਤਾਂਘ ਹਰ ਵੇਲੇ ਸਾਡੇ ਮਨ ਵਿੱਚ। ਗੁਰੂ ਕੀ ਸਤ ਸੰਗਤ ਕਰਨ ਦਾ, ਕਥਾ ਕੀਰਤਨ ਨਾਲ ਜੁੜਨ ਦਾ ਭਾਵ ਇਹੋ ਹੀ ਹੈ ਕਿ ਉਹ ਨਿਰੰਕਾਰ ਦੇ ਨਾਲ, ਸਰਬ ਵਿਆਪਕ ਦੇ ਨਾਲ, ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਅੰਦਰੋਂ ਖਿੱਚ ਬਣ ਜਾਵੇ, ਪ੍ਰੀਤ ਬਣ ਜਾਵੇ। ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਨਾਮ ਉਹਦਾ ਮਿੱਠਾ ਲੱਗਣ ਲੱਗ ਪਏ। ਇਹ ਸਤਿਗੁਰੂ ਕਿਰਪਾ ਕਰਨ, ਗਰੀਬ ਨਿਵਾਜ। ਸਤਿਗੁਰੂ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ, ਸੂਹੀ ਦੀ ਵਾਰ। 20 ਸ਼ਲੋਕ ਨੇ ਇਹਦੇ ਵਿੱਚ, 20 ਪੌੜੀਆਂ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਵਿੱਚੇ ਗੁਰੂ ਅੰਗਦ ਦੇਵ ਸਾਹਿਬ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਤੇ ਗੁਰੂ ਅਮਰਦਾਸ ਮਹਾਰਾਜ ਜੀ, ਤਿੰਨਾਂ ਦੇ ਸ਼ਲੋਕ ਸਾਂਝੇ ਆਏ ਨੇ। ਇਹ ਮਗਰਲੇ ਸ਼ਲੋਕ ਗੁਰੂ ਨਾਨਕ ਦੇਵ ਸਾਹਿਬ, ਗੁਰੂ ਅੰਗਦ ਦੇਵ ਸਾਹਿਬ ਜੀ ਦੇ ਆਏ ਨੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੈਸਾ ਪ੍ਰੇਮ ਕੀਤਾ, ਤਖਤ ਤੇ ਬੈਠਣ ਤੋਂ ਬਾਅਦ ਵੀ। ਤਖਤ ਵੀ ਗੁਰਿਆਈ ਦਾ, ਥਾਪਿਆ ਲੈਣਾ ਜੀਵ ਦੇ, ਗੁਰਿਆਈ ਸਿਰ ਛਤਰ ਫਿਰਾਇਆ। ਭਾਈ ਗੁਰਦਾਸ ਸਾਹਿਬ ਜੀ ਵਾਰਾਂ 'ਚ ਕਥਨ ਕਰਦੇ ਨੇ, ਜਿਉਂਦੇ ਜੀ ਮਹਾਰਾਜ ਜੀ ਨੇ ਭਾਈ ਲਹਿਣੇ ਨੂੰ ਥਾਪ ਦਿੱਤਾ ਸੀ, ਆਪਣਾ ਤਖਤ ਦੇ ਦਿੱਤਾ ਸੀ ਗੁਰਤਾ ਗੱਦੀ। ਗੁਰਿਆਈ ਦਾ ਛਤਰ ਜਿਹੜਾ ਸੀ ਉਹ ਉਹਨਾਂ ਦੇ ਸਿਰ ਤੇ ਮਹਾਰਾਜ ਜੀ ਨੇ ਝੁਲਾਇਆ। ਸਤਿਗੁਰੂ ਗਰੀਬ ਨਿਵਾਜ ਕਰਤਾਰਪੁਰ ਗੁਰਿਆਈ ਬਖਸ਼ੀ, ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰੂ ਬਖਸ਼ਿਸ਼ ਕੀਤਾ। ਮਹਾਰਾਜ ਨੇ ਕਿਹਾ ਤੁਸੀਂ ਇੱਥੇ ਨਹੀਂ ਰਹਿਣਾ, ਪੁਰਖਾ ਇੱਥੇ ਨਹੀਂ ਰਹਿਣਾ, ਤੁਸੀਂ ਚਲੇ ਜਾਓ ਖਡੂਰ। ਫਿਰ ਮਹਾਰਾਜ ਜੀ ਨੇ ਦਿੱਤਾ ਛੱਡ ਕਰਤਾਰਪੁਰ, ਬੈਠ ਖਡੂਰੇ ਜੋਤ ਜਗਾਈ। ਮਹਾਰਾਜ ਦੇ ਹੁਕਮ ਨੂੰ ਮੰਨ ਕੇ, ਭਾਵੇਂ ਇੰਨੀ ਪ੍ਰੀਤ ਸੀ ਕਿ ਵਿਛੜਨਾ ਨਹੀਂ ਚਾਹੁੰਦੇ ਸਨ, ਇੰਨਾ ਪਿਆਰ ਸੀ ਚਰਨਾਂ ਨਾਲ ਗੁਰੂ ਨਾਨਕ ਦੇਵ ਸਾਹਿਬ ਜੀ। ਸਤਿਗੁਰੂ ਗਰੀਬ ਨਿਵਾਜ ਆ ਗਏ। ਉਸ ਵੇਲੇ ਜਦੋਂ ਖਡੂਰ ਸਾਹਿਬ ਆਏ, ਚਿੱਤ ਨਹੀਂ ਲੱਗਾ, ਵਿਰਾਗ ਵਿੱਚ ਹੀ ਰਹਿਣ ਲੱਗੇ, ਪ੍ਰੇਮ ਵਿੱਚ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਵੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਧਿਆਨ ਵਿੱਚ ਹੀ ਰਹਿੰਦੇ ਸਨ। ਸਤਿਗੁਰੂ ਗਰੀਬ ਨਿਵਾਜ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਇੰਨਾ ਯਾਦ ਕਰਦੇ ਖਿੱਚ ਪੈ ਗਏ। ਇੱਕ ਵਾਰ ਬਾਬਾ ਸ਼ਾਮ ਸਿੰਘ ਜੀ ਨੇ ਪ੍ਰੇਮ ਪਰਚੀਆਂ ਲਿਖੀਆਂ ਨੇ। ਉਹਨਾਂ ਪਰਚੀਆਂ ਵਿੱਚ ਵੀ ਲਿਖਿਆ ਹੋਇਆ ਕਿ ਐਸੀ ਖਿੱਚ ਪਈ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ, ਜਦੋਂ ਗੁਰੂ ਨਾਨਕ ਦੇਵ ਸਾਹਿਬ ਦੇ ਪ੍ਰੇਮ ਵਿਰਾਗ ਵਿੱਚ ਹੀ ਬੈਠੇ ਰਹੇ, ਤਾਂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਰਤਾਰਪੁਰ ਤੋਂ ਚੱਲ ਪਏ ਮਿਲਣ ਵਾਸਤੇ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਵੀ ਜਾਣੀ ਜਾਣ ਸਨ। ਮਹਾਰਾਜ ਵੀ ਇੱਧਰੋਂ ਚੱਲ ਪਏ ਵੀ ਅੱਗੋਂ ਸਤਿਗੁਰਾਂ ਨੂੰ ਲੈਣਾ ਚਾਹੀਦਾ। ਮਹਾਰਾਜ ਵੀ ਚੱਲ ਪਏ ਦਰਬਾਰ ਸਾਹਿਬ ਵਾਲੇ ਸਥਾਨ ਤੇ। ਉਦੋਂ ਭਾਵੇਂ ਇੱਥੇ ਜੰਗਲ ਬੀਆਬਾਨ ਸੀ, ਸਰੋਵਰ ਨਹੀਂ ਸੀ।
ਜਿੱਥੇ ਬੇਰ ਬਾਬਾ ਬੁੱਢਾ ਸਾਹਿਬ ਉਹ ਥਾਂ 'ਤੇ ਸਰੋਵਰ ਦੇ ਕਿਨਾਰਾ ਜਿੱਥੇ ਹੈ ਹੁਣ, ਉਹ ਥਾਂ 'ਤੇ ਬਾਬਾ ਸ਼ਾਮ ਸਿੰਘ ਜੀ ਪ੍ਰੇਮ ਪਰਚੀਆਂ ਵਿੱਚ ਲਿਖਦੇ ਨੇ ਕਿ ਦੋਵਾਂ ਸਤਿਗੁਰਾਂ ਦਾ ਮਿਲਾਪ ਹੋਇਆ। ਉੱਧਰੋਂ ਗੁਰੂ ਨਾਨਕ ਦੇਵ ਸਾਹਿਬ ਜੀ ਆ ਗਏ, ਇੱਧਰੋਂ ਗੁਰੂ ਅੰਗਦ ਦੇਵ ਸਾਹਿਬ ਜੀ ਅੱਗੋਂ ਪਹੁੰਚ ਗਏ। ਚਰਨੀ ਹੱਥ ਲਾਏ ਮਹਾਰਾਜ ਸੱਚੇ ਪਾਤਸ਼ਾਹ, ਮਿਲਾਪ ਹੋਇਆ ਗੁਰੂ ਅੰਗਦ ਦੇਵ ਸਾਹਿਬ। ਕਿਹਾ ਪੁਰਖਾ ਤੁਸੀਂ ਹੁਣ ਸਾਡੇ ਤਖਤ 'ਤੇ ਸੁਭਾਏ ਮਾਨ ਹੋ, ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ। ਹੁਣ ਤੇ ਤੁਸੀਂ ਸਾਡਾ ਰੂਪ, ਅਸੀਂ ਤੁਹਾਡੇ ਤੋਂ ਦੂਰ ਨਹੀਂ, ਤੁਹਾਡੇ ਹਿਰਦੇ ਵਿੱਚ ਹਾਂ। ਔਰ ਫਿਰ ਵੀ ਮਹਾਰਾਜ ਦੇ ਅੰਦਰ ਇੰਨਾ ਪ੍ਰੇਮ ਬੈਰਾਗ ਸੀ। ਫਿਰ ਇੱਕ ਵਾਰ ਇਸੇ ਤਰ੍ਹਾਂ ਹੀ ਪ੍ਰੇਮ ਵਿੱਚ ਇੰਨਾ ਯਾਦ ਕੀਤਾ, ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਖਡੂਰ ਸਾਹਿਬ ਹੀ ਪਹੁੰਚ ਗਏ ਸੀ। ਮਹਾਰਾਜ ਦਾ ਇਸ਼ਨਾਨ ਕਰਵਾਇਆ ਸੀ ਆਪ ਖੂਹ ਤੋਂ ਜਲ ਲੈ ਕੇ। ਔਰ ਜੋ ਦੂਜੀ ਵਾਰ ਵੀ ਇੰਨਾ ਪ੍ਰੇਮ ਵੇਖਿਆ, ਐਸੀ ਅਵਸਥਾ ਸੀ ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਪਾਵਨ ਬਾਣੀ ਵਿੱਚ ਕਿ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤ ਮਾਂ, ਮੈਂ ਨੀਰ ਵਹੇ ਵਹਿ ਚੱਲੈ ਜੀ। ਅਸੀਂ ਸਤਿਗੁਰੂ ਮਹਾਰਾਜ ਤੁਹਾਨੂੰ ਦੇਖੇ ਤੋਂ ਬਿਨਾਂ ਰਹਿ ਨਹੀਂ ਸਕਦੇ। ਔਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਅੱਖਾਂ ਵਿੱਚ ਹੀ ਵਸਾ ਲਏ ਸੀ, ਵਿੱਚ ਅੱਖੀਂ ਗੁਰ ਪੈਰ ਧਰਾਈ। ਇਹ ਵੀ ਬਚਨ ਉਹਨਾਂ ਦੇ ਆਉਂਦੇ ਨੇ। ਆਪਣੇ ਨੇਤਰਾਂ ਦੇ ਧਿਆਨ ਵਿੱਚ ਹੀ ਗੁਰੂ ਕੇ ਚਰਨ ਵਸਾ ਲਏ ਸਨ ਗੁਰੂ ਰਾਮਦਾਸ ਜੀ। ਐਸਾ ਪ੍ਰੇਮ ਸਤਿਗੁਰਾਂ ਵਿਖਾਇਆ ਗੁਰੂ ਸਾਹਿਬਾਂ ਦੇ ਨਾਲ, ਵੱਡੇ ਸਤਿਗੁਰਾਂ ਦੇ ਨਾਲ। ਜਿਵੇਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸਾ ਪ੍ਰੇਮ ਪੈਦਾ ਕੀਤਾ ਜਿਹੜਾ ਸਾਰੇ ਸਤਿਗੁਰੂ ਨਿਭਾਉਂਦੇ ਰਹੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਲੋਕ ਉਚਾਰਨ ਕੀਤੇ ਖਡੂਰ ਸਾਹਿਬ ਜੋ ਦੂਜੀ ਵਾਰ ਆ ਗਏ ਪ੍ਰੇਮ ਦੇ ਵਿੱਚ ਬੱਧੇ ਹੋ ਕਿ ਮਹਾਰਾਜ ਅਸੀਂ ਰਹਿ ਨਹੀਂ ਸਕਦੇ, ਸਾਡਾ ਤੇ ਕੋਈ ਹੈ ਹੀ ਨਹੀਂ, ਜੇ ਕੋਈ ਹੋਵੇ ਤੇ ਅਸੀਂ ਉਹਨੂੰ ਯਾਦ ਕਰੀਏ। ਹੁਣ ਸਾਡੇ ਤਾਂ ਇੱਕੋ ਇੱਕ ਤੁਸੀਂ ਹੈ। ਸ਼ਲੋਕ ਮਹੱਲਾ ਦੂਜਾ, ਕਿਸੇ ਹੀ ਕੋਈ ਕੋਏ ਮਾਨਿਓ ਨਿਮਾਣੀ ਇੱਕ। ਹੁਣ ਨਿੰਝਾ ਇੱਥੇ ਨਿੰਝੇ ਨੂੰ ਔਂਕੜਿਆ, ਇਹਨੂੰ ਝੱਜਾ ਹੀ ਪੜ੍ਹ ਜਾਂਦੇ ਅਸੀਂ, ਪੰਜਾਬੀ ਭੁੱਲ ਗਏ ਆ। ਨਿੰਝਾ ਨਹੀਂ ਆਉਂਦਾ, ਜ਼ੁਬਾਨ ਤਾਲੂ ਨਾ ਲਾ ਕੇ ਇਹ ਨਿੰਝਾ ਅੱਖਰ ਜਿਹੜਾ ਚੱਚਾ ਛੱਛਾ ਜੱਜਾ ਝੱਜਾ ਇਹਦੋਂ ਮੂਹਰੇ ਹੈ, ਉਹਦਾ ਫਰਕ ਹੈ। ਲਿਖਣ ਵਿੱਚ ਵੀ ਉਲਟਾ ਇਹਦੇ, ਇਹ ਈੜੀ ਬਣਾ ਕੇ ਤੇ ਵਵਾ ਲਾਉਣਾ ਪੈਂਦਾ, ਨਾਲ ਵਵੇ ਵਾਂਗੂ ਕਰਨਾ ਪੈਂਦਾ, ਉਹ ਇਹਦੇ ਉਲਟ ਆ। ਪਹਿਲਾਂ ਈੜੀ ਵਾਲਾ ਹੀ ਬਣਾਉਣਾ ਪੈਂਦਾ, ਫਿਰ ਹੁੰਡੀ ਮਾਰਨੀ ਪੈਂਦੀ ਹੈ ਦੂਜੇ ਉਲਟ ਪਾਸੇ, ਇਹਦੇ ਉਲਟ। ਝੱਜੇ ਤੋਂ ਗਾਂ ਨਿੰਝਾ, ਜ਼ੁਬਾਨ ਤਾਲੂ ਨਾ ਲਾ ਕੇ ਤਾਂ ਹੈ ਨਿੰਝਾ। ਔਰ ਸਿੱਖਣ ਵਾਸਤੇ ਸਿਖਾਉਣ ਵਾਸਤੇ ਦੰਦ ਜੋੜ ਕੇ ਵੀ ਉਚਾਰਨ ਕਰਵਾਈਦਾ ਵਿਦਿਆਰਥੀਆਂ ਤੋਂ, ਫਿਰ ਸੌਖਾ ਪਤਾ ਲੱਗ ਜਾਂਦਾ ਵੀ ਜ਼ੁਬਾਨ ਤਾਂ ਰੱਖਣੀ ਹੈ। ਇਹ ਅੱਖਰ ਆ ਬੜਾ ਪਿਆਰਾ ਹੈ ਤੇ ਮਾਝੇ ਦੇ ਵਿੱਚ ਬੋਲਿਆ ਜਾਂਦਾ, ਆਮ ਜ਼ਿਆਦਾ ਬੋਲਿਆ, ਜਿਵੇਂ ਆਪਾਂ ਜਾਨੀ ਮਾਨੀ ਜੰਝ, ਇਹ ਨੰਝੇ ਨਾਲ ਹੀ ਆਉਂਦੀ, ਤੇ ਮੰਝ ਮੇਰਾ। ਸੋ ਕੈਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਮਹਾਰਾਜ ਕੀ ਕਿਸੇ ਨੂੰ ਹੈ ਕਿਸੇ ਦਾ ਆਸਰਾ, ਕਿਸੇ ਨੂੰ ਕਿਸੇ ਦੇਵਤੇ ਦਾ, ਕਿਸੇ ਨੂੰ ਸ਼ਿਵ ਜੀ ਦਾ, ਕੋਈ ਸ਼ਿਵ ਜੀ ਦੀ ਉਪਾਸਨਾ ਕਰੀ ਜਾਂਦਾ, ਕੋਈ ਬ੍ਰਹਮੇ ਦੀ ਕਰੀ ਜਾਂਦਾ, ਕੋਈ ਵਿਸ਼ਨੂੰ ਨੂੰ ਭਗਵਾਨ ਕਹਿ ਕੇ ਕਰੀ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨੂੰ ਕਿਸੇ ਦਾ ਆਸਰਾ ਹੈ, ਕੋਈ ਪੱਥਰ ਪੂਜੀ ਜਾਂਦਾ, ਕੋਈ ਦੇਹੁਰਿਆਂ ਨੂੰ ਪੂਜੀ ਜਾਂਦਾ ਹੈ। ਸੱਚੇ ਪਾਤਸ਼ਾਹ ਕਿਸੇ ਨੇ ਆਪਣੇ ਮਾਤਾ ਪਿਤਾ ਦਾ ਹੀ ਆਸਰਾ ਵੱਡਾ ਮੰਨਿਆ ਹੋਇਆ, ਕਿਸੇ ਨੂੰ ਰਿਸ਼ਤੇਦਾਰਾਂ ਦਾ ਸੰਬੰਧੀਆਂ ਦਾ ਆਸਰਾ ਹੈ। ਸਾਨੂੰ ਤਾਂ ਮਹਾਰਾਜ ਕੋਈ ਆਸਰਾ ਨਹੀਂ ਸਵਾਏ ਆਪ ਦੇ। ਕੈਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ,
ਕਿਸੇ ਨੂੰ ਕਿਸੇ ਦਾ ਆਸਰਾ, ਕਿਸੇ ਨੂੰ ਕੋਈ ਆਸਰਾ, ਕਿਸੇ ਨੂੰ ਕੋਈ ਆਸਰਾ, ਕਿਸੇ ਹੀ ਕੋਏ, ਕਿਸੇ ਨੂੰ ਕਿਸੇ ਦਾ ਆਸਰਾ, ਕਿਸੇ ਨੂੰ ਕੋਈ ਆਸਰਾ, ਕਿਸੇ ਨੇ ਕੋਈ ਲਿਆ ਹੋਇਆ, ਕਿਸੇ ਨੇ ਮਾਇਆ ਦਾ ਹੀ ਆਸਰਾ ਮੰਨਿਆ ਹੋਇਆ। ਕਿਸੇ ਹੀ ਜ਼ੋਰ ਦੀ ਬਾਣ ਮਾਇਆ। ਸੋ ਮਹਾਰਾਜ ਸੱਚੇ ਪਾਤਸ਼ਾਹ, ਮੈਂ ਹਰ ਬਿਨ ਤੇ ਕੋਈ ਅਵਰ ਨਾ ਕਰਤੇ, ਤੂੰ ਰਾਖ ਮੈਂ ਨਿਮਾਣੀ ਹੈ। ਮਾਰੂ ਸੋਲਿਆਂ ਵਿੱਚ ਵੀ ਬਚਨ ਆਉਂਦੇ ਨੇ ਮਹਾਰਾਜ। ਕਿਸੇ ਹੀ ਜ਼ੋਰ ਦੀ ਅਹੰਕਾਰ ਬੋਲਣ ਕਾ, ਕਿਸੇ ਹੀ ਜ਼ੋਰ ਦੀ ਬਾਣ ਮਾਇਆ। ਮੈਂ ਹਰ ਬਿਨ ਅਵਰ ਨਾ ਕਾਈ, ਤੂੰ ਕਰਤੇ ਰਾਖ ਮੈਂ ਨਿਮਾਣੀ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਤੇ ਆਪ ਜੀ ਦਾ ਉਟਾਸ, ਤੁਹਾਡਾ ਹੀ ਧਿਆਨ ਹੈ। ਤੁਸੀਂ ਗਰੀਬ ਨਿਵਾਜ, ਤੁਸੀਂ ਨਿਵਾਜਣ ਵਾਲੇ ਹੋ। ਸੋ ਸੱਚੇ ਪਾਤਸ਼ਾਹ, ਤੂੰ ਜਾਣਤ ਮੈਂ ਕਿਛ ਨਹੀਂ, ਭਵ ਖੰਡਨ ਰਾਮ। ਕੈਸੇ ਹੀ ਕੋਏ ਮੰਨ ਨਿਮਾਣੀ। ਕਿਸੇ ਨੂੰ ਕਿਸੇ ਦਾ ਹੋਵੇ, ਕਿਸੇ ਨੂੰ ਕਿਸੇ ਦਾ ਹੋਵੇ, ਪਰ ਮੈਨੂੰ ਤੇ ਮੇਰਾ ਤੇ ਨਿਮਾਣੀ ਦਾ ਇੱਕ ਤੂੰ ਹੀ ਆਸ ਹੈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਤੁਹਾਡੇ ਤੋਂ ਬਿਨਾਂ ਨਹੀਂ ਰਹਿ ਸਕਦੇ। ਐਸਾ ਪ੍ਰੇਮ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਲੋਕ ਬਖਸ਼ਿਸ਼ ਕੀਤੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਨਮੁਖ। ਕਹਿਣ ਲੱਗੇ ਸਾਨੂੰ ਤਾਂ ਇੱਕੋ ਆਪ ਜੀ ਦਾ ਓਟ ਆਸਰਾ ਹੈ। ਕਿਵੇਂ ਜੀ ਲੱਗੇ? 8 ਸਾਲ ਤੁਹਾਡੇ ਚਰਨਾਂ 'ਚ ਰਹੇ ਹਾਂ, ਸੇਵਾ ਕੀਤੀ ਹੈ ਮਹਾਰਾਜ, ਚਿੱਤ ਪ੍ਰਫੁੱਲਤ ਰਿਹਾ ਹੈ। ਹੁਣ ਤੁਹਾਡਾ ਵਿਛੋੜਾ ਇਹ ਜਿਹੜਾ ਸਹਿਆ ਨਹੀਂ ਜਾ ਸਕਦਾ। ਕਿਉਂ ਨਾ ਮਰੀਜੈ ਰੋਏ, ਜਾ ਲੱਗ ਚਿਤ ਨਾ ਆਵੇ। ਵਾਹਿਗੁਰੂ ਦੂਰ ਨਹੀਂ ਹੈ। ਜੇ ਚਿੱਤੋਂ ਦਿਲੋਂ ਧਿਆਈਏ, ਉਹਨੂੰ ਦਿਲੋਂ ਯਾਦ ਕਰੀਏ ਤਾਂ ਮਿਲਦਿਆਂ ਢਿੱਲ ਨਹੀਂ ਲੱਗਦੀ, ਦੇਰੀ ਨਹੀਂ ਹੈ। ਲੇਕਿਨ ਦਿਲੋਂ ਯਾਦ ਅਸੀਂ ਕਰਦੇ ਨਹੀਂ, ਇਹ ਖਿੱਚ ਇਹ ਤਮਾ ਬਣਦੀ ਨਹੀਂ। ਤੋਰੀ ਫੁਲਕੇ ਤੱਕ ਸੀਮਤ ਰਹਿ ਜਾਂਦੇ, ਇਸ ਕਰਕੇ ਫਿਰ ਨਹੀਂ ਉਹ ਪ੍ਰਾਪਤੀ ਹੁੰਦੀ। ਕਿਉਂ ਨਾ ਮਰੀਜੈ ਰੋਏ, ਜਾ ਲੱਗ ਚਿਤ ਨਾ ਆਵੇ। ਇਹਨਾਂ ਪ੍ਰੇਮ ਭਗਤਾਂ ਦੇ ਅੰਦਰ ਹੁੰਦਾ ਹੈ। ਸੱਚੇ ਭਗਤ ਨੇ ਜਿਨ੍ਹਾਂ ਨੇ ਸੱਚੀ ਪ੍ਰੀਤ ਲਾਈ ਹੁੰਦੀ ਹੈ, ਉਹਨਾਂ ਦੇ ਪ੍ਰੇਮ ਦੀ ਅਵਸਥਾ ਇਹ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਆਪਣੇ ਰਾਹੀਂ ਬਿਆਨ ਕਰ ਰਹੇ ਨੇ, ਸਾਨੂੰ ਸਮਝਾ ਰਹੇ ਨੇ। ਜੇ ਉਹਨੂੰ ਪਾਉਣਾ ਹੈ, ਗੁਰੂ ਨਾਨਕ ਨੂੰ ਪਾਉਣਾ ਹੈ, ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਕਰਨੇ ਨੇ, ਤੇ ਇੰਨਾ ਪ੍ਰੇਮ, ਇੰਨੀ ਖਿੱਚ ਹੋਣੀ ਚਾਹੀਦੀ। ਕਿਉਂ ਨਾ ਮਰੀਜੈ ਰੋਏ, ਜਾ ਲੱਗ ਚਿਤ ਨਾ ਆਵੇ। ਮਹਾਰਾਜ ਸੱਚੇ ਪਾਤਸ਼ਾਹ ਰਹਿ ਹੀ ਨਹੀਂ ਸਕਦੇ ਤੁਹਾਡੇ ਦੀਦਾਰਿਆਂ ਤੋਂ ਬਿਨਾਂ। ਅਸੀਂ ਤਾਂ ਜਿਉਨੇ ਹੀ ਤੁਹਾਨੂੰ ਵੇਖ, ਦਰਸ਼ਨ ਦੇਖ ਜੀਵਾਂ ਗੁਰ ਤੇ, ਪੂਰਨ ਕਰਮ ਹੋਏ ਪ੍ਰਭ ਮੇਰਾ। ਕਿਉਂ ਨਾ ਮਰੀਜੈ ਰੋਏ, ਕਿਉਂ ਨਾ ਅਸੀਂ ਮਹਾਰਾਜ ਰੋ ਕੁਰਲਾ ਕੇ ਮਰ ਜਾਈਏ। ਸੱਚੇ ਪਾਤਸ਼ਾਹ, ਜਿਵੇਂ ਬੱਚਾ ਹੁੰਦਾ ਮਾਂ ਤੋਂ ਬਿਨਾਂ ਨਹੀਂ ਰਹਿੰਦਾ। ਛੋਟਾ ਬੱਚਾ ਮਾਂ ਨਾ ਮਿਲੇ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ। ਮਾਂ ਵਿਛੜ ਜਾਵੇ ਮੇਲੇ ਦੇ ਵਿੱਚ ਕਿਸੇ ਥਾਂ ਤੇ, ਰੋ ਰੋ ਕੇ ਬੁਰਾ ਹਾਲ ਹੁੰਦਾ। ਔਰ ਇਵੇਂ ਸੱਚੇ ਪਾਤਸ਼ਾਹ, ਤੁਸੀਂ ਸਾਡੇ ਮਾਤਾ ਪਿਤਾ ਦੀ ਨਿਆਈ ਹੋ। ਤੁਮ ਮਾਤ ਪਿਤਾ ਹਮ ਬਾਰਿਕ, ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਕਿਉਂ ਨਾ ਮਰੀਜੈ ਰੋਏ, ਕਿਉਂ ਨਾ ਮਹਾਰਾਜ ਰੋ ਰੋ ਕੁਰਲਾ ਕੇ ਮਰ ਜਾਈ। ਅਸੀਂ ਤੁਹਾਡੀ ਪ੍ਰਾਪਤੀ ਤੋਂ ਬਿਨਾਂ, ਜਿੰਨਾ ਚਿਰ ਤੁਹਾਡਾ ਸਾਡੇ ਸਿਰ ਤੇ ਹੱਥ ਨਾ। ਸੱਚੇ ਪਾਤਸ਼ਾਹ ਪਰਮ ਪਿਤਾ ਅਕਾਲ ਪੁਰਖ, ਜਾ ਲੱਗ ਚੇਤਨ। ਜਦੋਂ ਤੱਕ ਤੁਸੀਂ ਸਾਨੂੰ ਚੇਤੇ ਨਾ ਆਵੋ, ਅਸੀਂ ਨਹੀਂ ਰਹਿ ਸਕਦੇ। ਭਗਤ ਕਬੀਰ ਸਾਹਿਬ ਜੀ ਨੇ ਵੀ ਐਸੇ ਸੁੰਦਰ ਬਚਨ ਕਹੇ ਕਿ ਮਹਾਰਾਜ ਕੈਸੇ ਜੀਵਨ ਹੋਏ ਹਮਾਰਾ, ਜਬ ਨਾ ਹੋਏ ਰਾਮ ਨਾਮ ਆਧਾਰਾ। ਮਹਾਰਾਜ ਸਾਡਾ ਜਿਉਣਾ ਕਿਵੇਂ ਹੋ, ਅਸੀਂ ਨਹੀਂ ਜਿਉਂਦੇ ਰਹਿ ਸਕਦੇ ਜਦੋਂ ਤੁਸੀਂ ਭੁੱਲ ਜਾਓ ਸਾਨੂੰ, ਜਦੋਂ ਤੁਸੀਂ ਚਿਤ ਨਾ ਆਵੋ ਸਾਨੂੰ। ਸੱਚੇ ਪਾਤਸ਼ਾਹ, ਜੇ ਤੁਹਾਡੇ ਨਾਮ ਦਾ ਆਸਰਾ ਨਾ ਮਿਲੇ, ਟੁੱਟਦਾ ਆਸਰਾ, ਤਾਂ ਮਰਨ ਤੁੱਲ ਹੁੰਨੇ ਆ। ਸੱਚੇ ਪਾਤਸ਼ਾਹ, ਰੋ ਰੋ ਕੇ ਮਰ ਜਾਈਏ ਕੁਰਲਾ ਕੇ, ਕਾਹਦਾ ਜਿਉਣਾ ਹੈ? ਸਾਡਾ ਕੋਈ ਜਿਉਣਾ ਨਹੀਂ। ਆਖਾਂ ਜੀਵਾਂ ਵਿਸਰਾ ਮਰ ਜਾਓ,
ਆਖਣ ਔਖਾ ਸਾਚਾ ਨਾਮ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਹੈ ਦੂਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਪਾਵਨ ਬਾਣੀ। ਆਖਾਂ ਜੀਵਾਂ ਵਿਸਰਮ, ਇਹ ਆਖਦੇ ਆ ਤੇ ਮਹਾਰਾਜ ਜੀ ਆਉਂਦੇ ਆ। ਜੇ ਤੁਹਾਡਾ ਨਾਮ ਭੁੱਲ ਜਾਂਦਾ ਹੈ ਤੇ ਮਰਨ ਤੁੱਲ ਹੋ ਜਾਂਦੇ ਆ। ਮਰਨ ਮੌਤ ਦੇ ਬਰਾਬਰ, ਮਰੇ ਹੋਏ ਸਮਝਦੇ। ਨਾਨਕ ਬਿਨ ਨਾਵੈ ਮੈਲਿਆ ਮੋਏ, ਵਾਹਿਗੁਰੂ ਦੇ ਨਾਮ ਤੋਂ ਬਿਨਾ ਤਾਂ ਮਰੇ ਹੋਏ ਜੀਵ ਨੇ। ਮਰ ਜਾਂਦੀਆਂ ਨੇ ਜਿੰਦਾਂ, ਮਰ ਜਾਂਦੀਆਂ ਜ਼ਮੀਰਾਂ। ਮਹਾਰਾਜ ਸੱਚੇ ਪਾਤਸ਼ਾਹ ਜੀ, ਜੇ ਮਹਾਰਾਜ ਤੁਹਾਡੇ ਨਾਮ ਨੂੰ ਉਚਾਰਨ ਕਰਦੇ ਆ ਤਾਂ ਜੀਵਨ ਮੰਨਦੇ, ਜ਼ਿੰਦਗੀ ਮੰਨਦੇ। ਕਹੋ ਨਾਨਕ ਪ੍ਰਭ ਤੁਮਰੇ ਬਿਸਰਤ, ਜਗਤ ਜੀਵਨ ਕੈਸੇ ਪਾਵੈ। ਇਹ ਜਗਿਆਸੂ ਦੀ ਅਵਸਥਾ ਹੈ, ਸੱਚਾ ਪ੍ਰੇਮ ਭਗਤ ਦੀ ਅਵਸਥਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰ। ਤੁਹਾਡੇ ਭੁੱਲਣ ਨਾਲ ਮਹਾਰਾਜ ਜਗਤ ਵਿੱਚ ਜਾਉਣਾ ਕਿਵੇਂ ਪਾਵਾਂਗੇ? ਨਹੀਂ, ਫਿਰ ਤੇ ਤੌਖਲਾ ਬਣਦਾ ਹੈ। ਫਿਰ ਅਸੀਂ ਮਰਨ ਤੁੱਲ ਹੋ ਜਾਂਦੇ ਹਾਂ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਕੇ ਕਿਹਾ ਸੀ, ਮਹਾਰਾਜ ਕਦੇ ਪਿੱਠ ਨਾ ਦਿਓ, ਕਿਤੇ ਵਿਸਾਰਿਓ ਨਾ, ਭੁਲਾ ਨਾ ਦਿਓ ਸਾਨੂੰ, ਮੁੱਖ ਨਾ ਮੋੜਿਓ। ਜੇ ਤੁਸਾਂ ਮੁੱਖ ਮੋੜ ਲਿਆ, ਭਗਤ ਕਬੀਰ ਸਾਹਿਬ ਜੀ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਇਦੋਂ ਤੇ ਆਰਾ ਰੱਖਿਆ ਸਿਰ ਤੇ ਚੰਗਾ, ਆਰਾ ਰਖਾ ਕੇ ਚਰਵਾ ਦੇਵੇ ਉਹ ਚੰਗੇ, ਪਰ ਤੁਹਾਡੀ ਪਿੱਠ ਹੋ ਜੇ ਕੰਡ ਹੋ ਜਾਵੇ, ਤੁਸੀਂ ਮੁੱਖ ਮੋੜ ਲਵੋ, ਇਹ ਨਹੀਂ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਹਉ ਵਾਰੀ ਮੁਖ ਦੇਖ ਪਿਆ, ਕਰਵਟ ਦੇ ਮੋਹ ਕਉ ਕਾਹੇ ਕੋ ਮਾਰੇ। ਸੱਚੇ ਪਾਤਸ਼ਾਹ ਪਿੱਠ ਨਾ ਦਿਓ ਸਾਨੂੰ, ਪਿੱਠ ਕਰਕੇ ਮੁੱਖ ਨਾ ਮੋੜਿਓ, ਸਾਨੂੰ ਜਿਉਂਦਿਆਂ ਨੂੰ ਨਾ ਮਾਰੇ। ਕਾਹਦੇ ਵਾਸਤੇ? ਇਹਦੂ ਤਾਂ ਸਿਰ ਤੇ ਆਰਾ ਰੱਖਿਆ ਚੰਗਾ ਹੈ, ਨਾ ਕਿ ਤੁਹਾਡੀ ਪਿੱਠ ਹੋਵੇ, ਕੰਡ ਹੋਵੇ ਸਾਡੇ ਵੱਲ। ਸੱਚੇ ਪਾਤਸ਼ਾਹ ਤੁਹਾਡੇ ਸਨਮੁਖ ਰਹੀਏ। ਸਨਮੁਖ ਤੋਂ ਭਾਵ ਹੈ ਉਹਦਾ ਚਿੰਤਨ ਕਰਨਾ, ਨਾਮ ਦਾ ਉਚਾਰਨ ਕਰਨਾ। ਸੱਚੇ ਪਾਤਸ਼ਾਹ ਗੁਰੂ ਦੇ ਸਨਮੁਖ ਰਹਿਣਾ, ਜ਼ਿੰਦਗੀ ਬਤੀਤ ਕਰਨੀ, ਮਨ ਮਤ ਨੂੰ ਛੱਡ ਕੇ ਗੁਰਮਤਿ ਦੇ ਵਿੱਚ ਜੀਵਨ ਨੂੰ ਜਿਉਣਾ। ਕਿਉਂ ਨਾ ਮਰੀਜੈ ਰੋਏ, ਜਾ ਲਗ ਚੇਤਨ ਆਵਹੀ ਭਾਵੇ। ਭਾਵੇਂ ਗੁਰੂ ਬਣ ਗਏ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਪਰ ਗੁਰੂ ਨਾਨਕ ਨੂੰ ਧਿਆਨ ਨਹੀਂ ਛੱਡਿਆ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਸੱਚੇ ਪਾਤਸ਼ਾਹ ਜੀ ਦੇ ਸਨਮੁਖ ਰਹਿਣ ਦਾ ਭਾਵ, ਗੁਰੂ ਦੇ ਚਰਨਾਂ ਨਾਲ ਪ੍ਰੀਤ ਦਾ ਭਾਵ ਹੈ। ਅਸੀਂ ਕੁਝ ਬਣ ਗਏ ਹਾਂ, ਹੁਣ ਸਾਨੂੰ ਕੀ ਲੋੜ ਆ, ਅਸੀਂ ਤਾਂ ਪੁੱਗ ਗਏ ਹਾਂ, ਐਸਾ ਨਹੀਂ ਹੋਣਾ ਚਾਹੀਦਾ। ਹੰਗਤਾ ਮਮਤਾ ਨਹੀਂ ਆਉਂਦੀ। ਸੱਚੇ ਪਿਆਰ ਦੇ ਅੰਦਰ ਜਿੱਥੇ ਪਿਆਰ, ਉੱਥੇ ਗੁਰੂ ਦਾ ਧਿਆਨ ਸਦਾ ਇੱਕ ਰਸ ਆਸਰਾ ਰਹਿੰਦਾ ਹੈ। ਗੁਰੂ ਦੇ ਧਿਆਨ ਪਰਾਇਣ ਰਹਿਣਾ ਸਿੱਖ ਨੇ, ਕਿੱਡਾ ਵੀ ਹੋ ਜਾਵੇ। ਕਿਉਂ ਨਾ ਮਰੀਜੈ ਰੋਏ, ਜਾ ਲਗ ਚੇਤਨ ਆਵਹੀ। ਜਦੋਂ ਤੱਕ ਚੇਤਾ ਨਹੀਂ ਆਉਂਦਾ, ਮਹਾਰਾਜ ਤੁਹਾਡਾ ਧਿਆਨ ਨਹੀਂ ਆਉਂਦਾ, ਕਾਹਦਾ ਸਾਡਾ ਜਿਉਣਾ। ਸਤਿਗੁਰੂ ਗਰੀਬ ਨਿਵਾਜ, ਮੁੱਢ ਤੇ ਤੁਸੀਂ ਹੋਣਾ, ਗਿਆਨ ਤੇ ਤੁਸੀਂ ਦਿੱਤਾ, ਕਿ ਬਖਸ਼ਿਸ਼ ਤੁਸੀਂ ਕੀਤੀ, ਨਾਮ ਤੁਸੀਂ ਦਿੱਤਾ, ਬਖਸ਼ਿਸ਼ ਤੁਸੀਂ ਕੀਤੀ, ਨਾਮ ਜਪਾਇਆ ਤੁਸੀਂ, ਤੁਹਾਡੀ ਕਿਰਪਾ ਹੋਈ ਤੇ ਗਿਆਨ ਦਾ ਪ੍ਰਗਾਸ਼ ਹੋਇਆ। ਇਹ ਆਤਮਾ ਦਾ ਆਨੰਦ ਜੋ ਅਸਲ ਜ਼ਿੰਦਗੀ ਹੈ, ਸੱਚੇ ਪਾਤਸ਼ਾਹ ਤਾਂ ਹੀ ਪ੍ਰਾਪਤ ਹੋਈ। ਮੁੱਢ ਤੇ ਤੁਸੀਂ, ਇਸ ਕਰਕੇ ਤੁਹਾਡਾ ਧਿਆਨ ਅਸੀਂ ਨਹੀਂ ਛੱਡ ਸਕਦੇ। ਕਿਉਂ ਨਾ ਮਰੀਜੈ ਰੋਏ, ਜਾ ਲਗ ਚੇਤਨ ਆਵਹੀ। ਜਦੋਂ ਤੱਕ ਮਹਾਰਾਜ ਤੁਸੀਂ ਚੇਤੇ ਨਹੀਂ ਆਉਂਦੇ, ਤੁਹਾਡਾ ਧਿਆਨ ਨਹੀਂ ਆਉਂਦਾ। ਐਸਾ ਪ੍ਰੇਮ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਖਾਇਆ। ਮਹੱਲਾ ਦੂਜਾ, ਜਾ ਸੁਖ ਤਾਂ ਸੋਹਰਾਵਿਓ, ਦੁੱਖ ਭੀ ਸੰਭਾਲਿਓ ਏ। ਮਹਾਰਾਜ ਜੀ ਕਹਿੰਦੇ
ਭਗਤ ਦੀ ਹੋਰ ਵੀ ਅਵਸਥਾ ਹੁੰਦੀ ਹੈ। ਵਾਹਿਗੁਰੂ ਨੂੰ ਪਾਉਣ ਵਾਲਿਆਂ ਦੇ ਅੰਦਰ ਕੈਸੀ ਸਮ ਅਵਸਥਾ ਹੁੰਦੀ। ਜਾਂ ਸੁਖ ਤਾਂ ਸੋਹਰਾਵਿਓ, ਜੇ ਸੁਖ ਮਿਲਿਆ ਹੈ, ਬਖਸ਼ਿਸ਼ਾਂ ਹੋ ਗਈਆਂ ਮਹਾਰਾਜ ਸੱਚੇ ਪਾਤਸ਼ਾਹ। ਦਾਤਾਂ ਵੀ ਮਹਾਰਾਜ ਦਿੰਦੇ ਨੇ, ਘਾਟ ਵੀ ਨਹੀਂ ਕੋਈ ਰਹਿਣ ਦਿੰਦੇ। ਪਦਾਰਥਾਂ ਦੇ ਸੁੱਖ, ਜਾਂ ਸੁੱਖ ਤਾਂ ਸੋਹਰਾਵਿਓ, ਤਾਂ ਵੀ ਆਪਣੇ ਨਿਜਮ ਨੇਮ ਵਿੱਚ ਫਰਕ ਨਹੀਂ ਪੈਣ ਦਿੰਦਾ। ਭਗਤ ਫਰਕ ਨਹੀਂ ਪੈਣ ਦਿੰਦਾ। ਸੁੱਖ ਦਿੱਤੇ ਮਹਾਰਾਜ ਨੇ, ਜੋ ਮੰਗਿਆ ਉਹ ਮਿਲਦਾ ਹੈ, ਜੋ ਅਰਦਾਸ ਕਰਦਾ ਹੈ ਉਹ ਪ੍ਰਾਪਤ ਹੁੰਦਾ ਹੈ। ਲੇਕਿਨ ਵਾਹਿਗੁਰੂ ਦੇ ਨਾਮ ਦਾ ਪੱਲਾ ਨਹੀਂ ਛੱਡਦਾ। ਪ੍ਰਾਪਤੀ ਕੀ, ਜਾ ਸੁਖ ਤਾ ਸੋਹਰਾਵਿਓ। ਤਾਂ ਮਹਾਰਾਜ ਜਦੋਂ ਸੁੱਖ ਦਿੱਤਾ, ਤੁਸੀਂ ਪਦਾਰਥਾਂ ਦੇ ਸੁੱਖ ਦਿੱਤੇ, ਮਾਇਆ ਦੇ ਸੁੱਖ ਦਿੱਤੇ, ਤਾਂ ਵੀ ਅਸੀਂ ਤੁਹਾਨੂੰ ਰਾਵਿਓ ਉਚਾਰਿਆ ਹੈ, ਤਾਂ ਵੀ ਤੁਹਾਨੂੰ ਮਾਣਦੇ। ਦੁੱਖ ਵੀ ਸੰਭਾਲਿਓ, ਜੇ ਸਾਡੇ ਪ੍ਰਾਰਬਧ ਅਨੁਸਾਰ, ਕਰਮਾਂ ਦੇ ਅਨੁਸਾਰ ਸਾਨੂੰ ਦੁੱਖ ਆ ਕੇ ਮਿਲਿਆ, ਕੋਈ ਸਰੀਰਕ ਦੁੱਖ ਆ ਕੇ ਮਿਲਿਆ ਸੱਚੇ ਪਾਤਸ਼ਾਹ, ਇਹਨੂੰ ਵੀ ਅਸੀਂ ਕੱਪੜੇ ਦੀ ਨਿਆਈ ਪ੍ਰਵਾਹ ਨਹੀਂ ਕਰਨੀ। ਪ੍ਰਵਾਨ ਕੀਤਾ ਜਿਨ੍ਹਾਂ ਨੇ, ਦੁੱਖ ਸੁੱਖ ਦੋਏ ਦਰ ਕੱਪੜੇ, ਪਹਿਰਾ ਜਾਏ ਮਨੁੱਖ। ਦੁੱਖ ਤੇ ਸੁੱਖ ਉਹਦੇ ਦਰ ਤੋਂ ਮਿਲੇ ਹੋਏ ਕਰਮਾਂ ਅਨੁਸਾਰ ਇਹ ਵੀ ਕੱਪੜੇ ਹੁੰਦੇ ਨੇ। ਜਿਵੇਂ ਜੀਵ ਕੱਪੜੇ ਬਦਲਦਾ ਰਹਿੰਦਾ, ਗਰਮੀ ਦੇ ਹੋਰ, ਸਰਦੀ ਦੇ ਹੋਰ, ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਦੁੱਖ ਸੁੱਖ ਜਿਹੜੇ ਨੇ ਕਰਮਾਂ ਦਾ ਫਲ ਹੋਇਆ ਕਰ। ਚੰਗੇ ਕਰਮਾਂ ਦਾ, ਪੁੰਨਾਂ ਦਾ ਫਲ ਹੁੰਦੇ ਸੁੱਖ, ਤੇ ਮਾੜੇ ਕਰਮਾਂ ਦਾ, ਸੋ ਅਸ਼ੁਭ ਜਿਹੜੇ ਕਰਮ ਹੁੰਦੇ ਨੇ ਉਹਨਾਂ ਦਾ ਫਲ ਹੁੰਦੇ ਦੁੱਖ। ਸ਼ੁਭ ਅਸ਼ੁਭ ਕਰਮਾਂ ਦਾ ਫਲ ਦੁੱਖ ਸੁੱਖ ਹੁੰਦੇ। ਰੱਬ ਦੇ ਪਿਆਰੇ ਪ੍ਰਵਾਨ ਕਰਦੇ, ਮਹਾਰਾਜ ਇਹ ਦੇ ਕੇ ਸਾਡਾ ਕੋਈ ਕਰਮ ਕੱਟ ਰਹੇ ਹੋ ਤੁਸੀਂ, ਪ੍ਰਵਾਨ ਹੈ। ਸੰਬਿਰਤੀ ਰੱਖਦੇ ਨੇ, ਨਹੀਂ ਕੋਈ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਲਾਂਭਾ। ਜਿਹੜੇ ਦੁੱਖ ਸੁੱਖ ਦੇ ਵਿੱਚ ਭਗਤ ਬਿਰਤੀ ਨੂੰ ਅਡੋਲ ਰੱਖਦੇ ਨੇ, ਕਬੂਲ ਕਰਦੇ ਨੇ ਕਿ ਸਾਡੇ ਕਰਮਾਂ ਦਾ ਹੈ, ਜਮਾ ਹੋਏ ਕਰਮਾਂ ਦਾ ਪ੍ਰਾਰਬਧ ਅਨੁਸਾਰ ਇਹ ਦੁੱਖ ਆਇਆ ਹੈ, ਅਸੀਂ ਮਾੜਾ ਕੀਤਾ, ਮਹਾਰਾਜ ਸਾਡੇ ਕਰਮ ਹੈ। ਵਾਹਿਗੁਰੂ ਦਾ ਪੱਲਾ ਨਹੀਂ ਛੱਡਦੇ ਨਾਮ ਦਾ, ਉਹਦੇ ਸਨਮੁਖ ਰਹਿੰਦੇ ਨੇ, ਆਪਣੇ ਕਰਮਾਂ ਨੂੰ ਵੇਖਦੇ ਹਨ ਕਿ ਸੱਚੇ ਪਾਤਸ਼ਾਹ ਤੁਸੀਂ ਕਰਮਾਂ ਦਾ ਫਲ ਸਾਨੂੰ ਭੁਗਤਾ ਰਹੇ ਹੋ, ਤੁਸੀਂ ਦੇ ਰਹੇ ਹੋ, ਕਿਸੇ ਹੋਰ ਨੂੰ ਵੀ ਦੋਸ਼ ਨਹੀਂ ਦਿੰਦੇ। ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਐਸਾ ਜਿਹੜੇ ਰੱਖਦੇ ਨੇ ਗਿਆਨਵਾਨ ਪੁਰਸ਼, ਸੰਬਿਰਤੀ ਰੱਖਦੇ ਨੇ, ਕਰਲਾਉਂਦੇ ਵੀ ਨਹੀਂ, ਨਾਮ ਦਾ ਪੱਲਾ ਨਹੀਂ ਛੱਡਦੇ, ਸਗੋਂ ਵੱਧ ਬਾਣੀ ਪੜ੍ਹਦੇ, ਨਿਤਨੇਮ ਕਰਦੇ। ਜਾ ਸੁਖ ਤਾ ਸੋਹਰਾਵਿਓ, ਦੁੱਖ ਵੀ ਸੰਭਾਲਿਓ, ਭਾਣਾ ਮੰਨਦੇ ਨੇ ਮਹਾਰਾਜ। ਤੇਰਾ ਭਾਣਾ ਮੰਨੈ ਸੋ ਮਿਲੈ ਤੁਧ ਆਏ। ਭਾਣੇ ਵੱਡੀ ਜੇ ਹੋਰ ਕੋਈ ਦਾਤ ਨਹੀਂ ਹੈ। ਜਿਹਨੂੰ ਮਹਾਰਾਜ ਭਾਣਾ ਮੰਨਣ ਦੀ ਦਾਤ ਦੇ ਦਿੰਦੇ ਨੇ, ਇੱਕ ਦਿਨ ਉਹਨਾਂ ਨੂੰ ਪ੍ਰਕਾਸ਼ ਹੋ ਜਾਂਦਾ, ਗਿਆਨ ਵੀ ਉਹਨਾਂ ਨੂੰ ਹੀ ਹੁੰਦਾ ਹੈ। ਐਸੇ ਪੂਰਨੇ ਸਤਿਗੁਰਾਂ ਇਸੇ ਕਰਕੇ ਪਾਏ। ਦੁੱਖ ਵੀ ਸੰਭਾਲਿਓ, ਜਿਨ੍ਹਾਂ ਨੇ ਦੁੱਖ ਦੇ ਵਿੱਚ ਵੀ ਤੈਨੂੰ ਸੰਭਾਲਿਆ ਹੈ, ਯਾਦ ਕੀਤਾ ਹੈ, ਯਾਦ ਨਹੀਂ ਛੱਡ, ਸਿਮਰਨ ਦਾ ਪੱਲਾ ਨਹੀਂ ਛੱਡਿਆ। ਨਾਨਕ ਕਹੈ ਸਿਆਣੀਏ, ਏਉ ਕੰਤ ਮਿਲਾਵਾ ਹੋਏ। ਧੰਨ ਗੁਰੂ ਅੰਗਦ ਦੇਵ ਸਾਹਿਬ ਕਹਿਣ ਲੱਗੇ, ਐ ਜਗਿਆਸੂ ਰੂਪ ਸਿਆਣੀਏ, ਇਸਤਰੀਏ, ਸਖੀਏ, ਜੇ ਤੂੰ ਦੁੱਖ ਸੁੱਖ ਦੇ ਵਿੱਚ ਬਿਰਤੀ ਇੱਕ ਸਮਾਨ ਰੱਖੇ, ਦੁੱਖ ਆਵੇ ਸੁੱਖ ਆਵੇ, ਸੁੱਖ ਵੇਲੇ ਸ਼ੁਕਰਾਨਾ ਸਿਮਰਨ, ਤੇ ਦੁੱਖ ਵੇਲੇ ਅਰਦਾਸ ਸਿਮਰਨ ਵਾਹਿਗੁਰੂ। ਔਰ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਤਾਂ ਇਉਂ ਹੈ ਜਗਿਆਸੂ ਰੂਪ ਸਿਆਣੀ ਸਖੀ, ਸੂਝਵਾਨ ਸਖੀ, ਫਿਰ ਕੰਤ ਮਿਲਾਵਾ ਹੋਏ, ਫਿਰ ਵਾਹਿਗੁਰੂ ਦਾ ਮਿਲਾਵਾ ਹੋ ਜਾਂਦਾ ਹੈ, ਫਿਰ ਪ੍ਰਾਪਤੀ ਹੋ ਜਾਵੇਗੀ, ਇੱਕ ਦਿਨ ਅਵਸ਼ ਪ੍ਰਾਪਤੀ ਹੋਵੇਗੀ। ਤੇਰਾ ਭਾਣਾ ਮੰਨੈ ਸੋ ਮਿਲੈ ਤੁਧ ਆਏ, ਉਹ ਤੈਨੂੰ ਆ ਕੇ ਮਿਲੀ। ਜਿਹੜਾ ਭਾਣਾ ਮੰਨਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਦਾ, ਅਕਾਲ ਪੁਰਖ ਦਾ, ਇਉਂ
ਪਤੀ ਵੀ ਉਹੀ ਸਫਲ ਹੁੰਦੀ ਜ਼ਿੰਦਗੀ ਵਿੱਚ ਜਿਹੜੀ ਆਪਣੇ ਪਤੀ ਦੇਵ ਨੂੰ ਸੋ ਦੁੱਖ ਆਵੇ ਘਰ ਵਿੱਚ, ਪਦਾਰਥ ਆਉਣ, ਖੁੱਸ ਜਾਣ, ਅਮੀਰੀ ਆਵੇ, ਗਰੀਬੀ ਆ ਜਾਵੇ, ਤਾਂ ਇੱਕ ਸਮਾਨ ਆਪਣੇ ਪਤੀ ਦੀ ਸੇਵਾ ਕਰਦੀ ਰਹਿੰਦੀ, ਘਬਰਾਉਂਦੀ ਨਹੀਂ, ਅਡੋਲ ਰਹਿੰਦੀ। ਉਹ ਪਤੀ, ਉਹ ਪਤਨੀ ਵੀ ਉਹੀ ਕਾਮਯਾਬ ਆ, ਅਖੀਰ ਉਹਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ। ਸੋ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਜੇ ਉਹ ਪਤੀ ਪ੍ਰਭੂ ਨੂੰ ਕੰਤ ਜੋ ਹਿਰਦੇ ਦੇ ਵਿੱਚ ਸੱਚੇ ਪਾਤਸ਼ਾਹ ਇੱਕ ਰਸ, ਜੇ ਉਹਦੇ ਭਾਣੇ ਵਿੱਚ ਹੁਕਮ ਦੀ ਕਾਰ ਕਮਾਵੇ, ਗੁਰੂ ਦੇ ਹੁਕਮ ਦੀ ਕਾਰ ਹਰ ਵੇਲੇ ਸਿਮਰਨ ਤੇ ਵਾਹਿਗੁਰੂ ਦਾ ਭਾਣਾ ਮੰਨਣਾ, ਇਹ ਪੰਥ ਮਹਾਰਾਜ ਨੇ ਸਾਜਿਆ, ਸਿੱਖੀ ਪੰਥ ਸਜਾਇਆ। ਸੋ ਇਸ ਕਰਕੇ ਕਿਹਾ ਸੀ, ਭਾਣਾ ਮੰਨਣ ਪੰਥਿਓ ਪਾਮ, ਸਤ ਸੰਗਤ ਮੈਂ ਭਲੋ ਰਹਾਵਨ, ਸੇਵਾ ਸਿਮਰਨ ਦਿਵਸ ਬਿਤਾਵਨ, ਭਾਣਾ ਮੰਨਣ ਪੰਥਿਓ ਪਾਮ, ਹਉਮੈ ਤਜਨ ਨਾਮ ਲਿਵ ਲਾਵਨ, ਭਾਣਾ ਮੰਨਣ ਪੰਥਿਓ ਪਾਵਨ। ਹੰਕਾਰ ਨੂੰ ਛੱਡ ਕੇ ਵਾਹਿਗੁਰੂ ਦੇ ਨਾਮ ਨਾਲ ਚਿੱਤ ਬਿਰਤੀ ਨੂੰ ਜੋੜ ਕੇ ਰੱਖੋ, ਫਿਰ ਵਾਹਿਗੁਰੂ ਦੀ ਰਜਾ ਵਿੱਚ ਰਹਿਣਾ, ਭਾਣਾ ਵਿੱਚ ਦੁੱਖ ਸੁੱਖ ਤੇਰੀ ਆਗਿਆ ਪਿਆਰੇ, ਤੇਰੀ ਆਗਿਆ ਵਿੱਚ ਸੱਚੇ ਪਾਤਸ਼ਾਹ ਸਾਡੇ ਆਪਦੇ ਕਰਮਾਂ ਦਾ ਫਲ ਆ, ਅਡੋਲ ਰਹਿਣਾ, ਫਿਰ ਉਹ ਅਕਾਇ ਰਸ ਆਨੰਦ ਪ੍ਰਾਪਤ ਹੁੰਦਾ। ਵਾਹਿਗੁਰੂ ਸੱਚੇ ਪਾਤਸ਼ਾਹ ਦੇ ਦੀਦਾਰੇ ਹੁੰਦੇ ਨੇ। ਇਹ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਸਲੋਕਾਂ ਵਿੱਚ ਸਮਝਾਇਆ ਹੈ। ਨਾਨਕ ਕਹੈ ਸਿਆਣੀਏ ਉਹ ਕੰਤ ਮਿਲਾਵਾ, ਜੇ ਸੁਖ ਦੇ ਤਾਂ ਤੁਜੈ ਰਾਧੀ, ਦੁੱਖ ਭੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਤਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਇਹ ਬਚਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਭਗਤ ਦਾ, ਇਹ ਭਗਤ ਦੀ ਅਵਸਥਾ ਹੈ। ਬੰਦਗੀ ਕਰਨ ਵਾਲਾ ਜਿਹੜਾ ਤੁਰਿਆ, ਉਹਨੂੰ ਇਸ ਅਵਸਥਾ ਵਿੱਚ ਟਿਕਣਾ ਪੈਂਦਾ ਹੈ, ਤਾਂ ਜਾ ਕੇ ਮਿਲਾਪ ਹੁੰਦਾ ਹੈ। ਨਾ ਕਿ ਉਹ ਲਾਂਭੇ ਦੇਵੇ, ਦੋਸ਼ ਦੇਵੇ ਰੱਬ ਨੂੰ, ਫਿਰ ਨਹੀਂ, ਫਿਰ ਪਿਛਾਂ ਹੀ ਰਹਿੰਦਾ ਹੈ, ਫਿਰ ਪਾਸ ਨਹੀਂ ਹੋਇਆ ਜਾਂਦਾ। ਸਤਿਗੁਰੂ ਕਿਰਪਾ ਕਰਨ, ਗਰੀਬ ਨਿਵਾਜ, ਗੁਰੂ ਕਾ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ, ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼, ਅੱਗੇ ਤੋਂ ਸਮਤ ਬਖਸ਼ਣੀ ਜੀ। ਜਾਂ ਸੁਖ ਤਾ ਸਹੁਰਾਵਿਓ, ਦੁੱਖ ਭੀ ਸੰਭਾਲਿਓ ਏ, ਨਾਨਕ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਾਰ ਨਾਲੇ, ਹਾਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨਹੁ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਾਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੁ ਸੰਤਹੁ, ਸ਼ਬਦ ਧਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਧ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ।
ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ। ਤੁਮ ਮਾਤ ਪਿਤਾ ਹਮ ਬਾਰਿਕ ਤੇ, ਤੁਮਰੀ ਕਿਰਪਾ ਮਹਿ ਸੂਖ। ਸਗਲ ਸਮਗਰੀ ਤੁਮਰੈ ਸੂਤਰ ਧਾਰਿ, ਤੁਮ ਤੇ ਹੋ ਤੁਮ ਹੀ ਨਾਨਕ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ,
ਚੜੇ ਸੋ ਤਰੇ ਗੁਰ ਪਾਏ ਉਤਾਰਨ ਹਾਰ ਗੁਰ ਕਲਗੀ ਧਾਰ ਜਗਦੀਸ਼ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁਖ ਸੁਖ ਮੇਰਾ ਤਉ ਬਿਦ ਨੀਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁਖ ਸੁਖ ਮੇਰਾ ਤਉ ਬਿਦ ਨੀਕੀ ਖਟਾਨੀ ਜੀ ਕੀ ਏਕ ਹੀ ਪਹਿਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ ਤਿਨ ਤਿਲ ਨਹੀਂ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ ਡਿਗੈ ਨਾ ਡੋਲਾ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਨਿਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਘਰ ਬਾਧਿਓ ਗੁਰ ਕੀਓ ਬੰਦਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਘਰ ਬਾਧਿਓ ਗੁਰ ਕੀਓ
ਬੰਧਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਦੇਖਿਓ ਬਲਤ। ਨਾਨਕ ਤੇ ਮੁਖ ਉਜਲੇ, ਕੀਤੀ